ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀਵਨ ਸਾਖੀਆਂ ਧੰਨ ਧੰਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ। ਪੁਸਤਕ ਪੂਰਨ ਸੋਈ ਸਨ ਲੜੀਵਾਰ। ਅਜੀਤਪੁਰ ਵਿਖੇ ਕੁੱਲੀ ਬਣਾਉਣੀ। ਗੁਰਮਤਿ ਪ੍ਰਚਾਰ ਹੇਤੂ ਬਾਬਾ ਜੀ ਹਰ ਸਾਲ ਅਜੀਤਪੁਰ ਯੂਪੀ ਵਿਖੇ ਵੀ ਜਾਂਦੇ ਸਨ। ਜਥੇਦਾਰ ਪਰਮਜੀਤ ਸਿੰਘ ਦੇ ਘਰ ਵਿਖੇ ਨਿਵਾਸ ਹੁੰਦਾ ਸੀ। ਜਥੇਦਾਰ ਜੀ ਦਾ ਸਾਰਾ ਪਰਿਵਾਰ ਤੇ ਬਾਬਾ ਜੀ ਇੱਕੋ ਛੱਪਰ ਵਿੱਚ ਹੀ ਆਰਾਮ ਕਰਦੇ ਸਨ। ਬਾਬਾ ਜੀ ਦੇ ਭਜਨ ਸਿਮਰਨ ਵਿੱਚ ਕੋਈ ਵਿਘਨ ਨਾ ਆਵੇ, ਇਸ ਲਈ ਜਥੇਦਾਰ ਜੀ ਹੋਰਾਂ ਨੇ ਬਾਬਾ ਜੀ ਵਾਸਤੇ ਆਪਣੇ ਘਰ ਵਿੱਚ ਹੀ ਇੱਕ ਵੱਖਰੀ ਕੱਖਾਂ ਦੀ ਕੁੱਲੀ ਬਣਾ ਦਿੱਤੀ। ਬਾਬਾ ਜੀ ਦੇ ਨਾਲ ਪੰਜਾਬ ਤੋਂ ਹੋਰ ਸੰਗਤ ਵੀ ਆਉਂਦੀ ਸੀ। ਉਹ ਵੀ ਜਥੇਦਾਰ ਪਰਮਜੀਤ ਸਿੰਘ ਦੇ ਘਰ ਵਿਖੇ ਹੀ ਠਹਿਰਦੀ ਸੀ। ਜਥੇਦਾਰ ਜੀ ਹੋਰੀ ਸਾਰੀ ਸੰਗਤ ਦੀ ਬੜੀ ਤਨ ਮਨ ਧਨ ਨਾਲ ਸੇਵਾ ਕਰਦੇ ਸਨ ਤੇ ਪਾਤਸ਼ਾਹ ਜੀ ਦੇ ਬਚਨ ਦਾਸਨ ਦਾਸ ਦਾਸ ਹੋਏ ਰਹੀਐ। ਜੋ ਜਨ ਰਾਮ ਭਗਤ ਨਿਜ ਭਈਆ ਅਨੁਸਾਰ ਨਿਮਾਣਾ ਭਾਵ ਰੱਖਦੇ ਹੋਏ ਸਾਰੀ ਰਾਤ ਜਾਗ ਕੇ ਸੰਗਤ ਦੇ ਇਸ਼ਨਾਨ ਕਰਨ ਲਈ ਜਲ ਗਰਮ ਕਰਦੇ ਰਹਿੰਦੇ ਸਨ। ਬਾਬਾ ਜੀ ਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਜੋ ਮਰਿਆਦਾ ਬੀਬੀ ਰੁੱਕੋ ਜੀ ਦੇ ਡੇਰੇ ਤੋਂ ਆਰੰਭ ਕੀਤੀ ਸੀ, ਉਹ ਮਰਿਆਦਾ ਇਸ ਨਗਰ ਵਿੱਚ ਵੀ ਪ੍ਰਫੁੱਲਤ ਹੋਈ। ਬਾਬਾ ਜੀ ਨੇ ਇਸ ਨਗਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪ੍ਰਵਾਹ ਚਲਾ ਕੇ ਸੰਗਤ ਨੂੰ ਹਰ ਜਸ ਵਾਲੇ ਪਾਸੇ ਲਾਉਣ ਲਈ ਬਹੁਤ ਪ੍ਰੇਰਿਤ ਕੀਤਾ। ਬਾਬਾ ਜੀ ਜਨਵਰੀ ਫਰਵਰੀ ਮਾਘ ਦੇ ਮਹੀਨੇ ਵਿੱਚ ਅਜੀਤਪੁਰ ਵਿਖੇ ਆਉਂਦੇ ਸਨ ਤਾਂ ਅਜੀਤਪੁਰ ਵਿਖੇ ਲਗਾਤਾਰ ਸੰਗਤ ਦੇ ਘਰਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਸਨ। ਬਾਬਾ ਜੀ ਦੇ ਆਉਣ ਤੋਂ ਪਹਿਲਾਂ ਹੀ ਸ਼ਰਧਾਲੂ ਸੰਗਤਾਂ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਤਰੀਕਾਂ ਮਿਥ ਲੈਂਦੀਆਂ ਸਨ। ਬਾਬਾ ਜੀ ਦੇ ਆਉਣ 'ਤੇ ਤਕਰੀਬਨ 1 ਮਹੀਨਾ ਪਿੰਡ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਸਨ। ਇੱਕ ਘਰ ਭੋਗ ਪੈਣਾ ਤੇ ਦੂਜੇ ਘਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਜਾਣਾ। ਬਾਬਾ ਜੀ ਹਰ ਘਰ ਵਿਖੇ ਹਾਜ਼ਰੀ ਭਰਦੇ ਸਨ ਤੇ ਸੰਗਤ ਨੂੰ ਵੈਰ ਵਿਰੋਧ ਅਤੇ ਮਾਸ ਸ਼ਰਾਬ ਛੱਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਣ ਦਾ ਉਪਦੇਸ਼ ਦਿੰਦੇ ਸਨ। ਕਬੀਰ ਸਾਹਿਬ ਜੀ ਦੇ ਬਚਨ ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ, ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ ਅਨੁਸਾਰ ਬਾਬਾ ਜੀ ਦੀ ਪ੍ਰੇਰਨਾ ਸਦਕਾ ਸਾਰਾ ਨਗਰ ਹੀ ਪਵਿੱਤਰ ਹੁੰਦਾ ਜਾ ਰਿਹਾ ਸੀ। ਇਸ ਨਗਰ ਦੇ ਬਹੁਤ ਪਰਿਵਾਰ ਲੜਾਈ ਝਗੜਾ ਮਾਸ ਸ਼ਰਾਬ ਛੱਡ ਕੇ ਗੁਰੂ ਵਾਲੇ ਬਣ ਗਏ। ਜਥੇਦਾਰ ਗੁਰਮੇਜ ਸਿੰਘ ਫੱਕਰ ਨੇ ਤਾਂ ਬਾਬਾ ਜੀ ਨੂੰ ਕਹਿ ਵੀ ਦਿੱਤਾ ਸੀ ਕਿ ਬਾਬਾ ਜੀ ਸਾਡੇ ਕੋਲ ਕਈ ਸਾਧ ਆਏ ਤੇ ਕਈ ਗਏ, ਪਰ ਤੁਸੀਂ ਸਾਧ ਹੀ ਬੜੇ ਵੱਡੇ ਜੇ। ਕੋਈ ਮਾੜਾ ਮੋਟਾ ਹੁੰਦਾ ਤਾਂ ਅਸੀਂ ਉਹਨੂੰ ਵੀ ਆਪਣੇ ਨਾਲ ਰਲਾ ਲੈਣਾ ਸੀ, ਪਰ ਤੁਸੀਂ ਬੜੇ ਵੱਡੇ ਸਾਧ ਜੇ ਜੋ ਤੁਸੀਂ ਸਾਨੂੰ ਆਪਣੇ ਨਾਲ ਰਲਾ ਲਿਆ। ਕਬੀਰ ਸਾਹਿਬ ਜੀ ਵੀ ਬਚਨ ਕਰਦੇ ਹਨ ਕਿ ਸੰਤ ਮਹਾਂਪੁਰਖਾਂ ਨੂੰ ਭਾਵੇਂ ਕਰੋੜਾਂ ਹੀ ਮਨਮੁਖ ਮਿਲ ਜਾਣ, ਪਰ ਮਹਾਂਪੁਰਖ ਆਪਣਾ ਸੁਭਾਅ ਕਦੇ ਨਹੀਂ ਛੱਡਦੇ। ਜਿਵੇਂ ਚੰਦਨ ਨੂੰ ਭਾਵੇਂ ਸੈਂਕੜੇ ਸੱਪ ਚਿੰਬੜੇ ਹੋਣ, ਉਹ ਤਾਂ ਵੀ ਆਪਣੀ ਸੀਤਲਤਾ ਨਹੀਂ ਛੱਡਦਾ। ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੌਟਿਕ ਮਿਲੈ ਅਸੰਤ, ਮਲਿਆਗਰ ਭੁਯੰਗਮ ਬੇੜਿਓ, ਤਾਂ ਸੀਤਲਤਾ ਨਾ ਤਜੰਤ। ਪੂਰਨ ਸੰਤ ਵੱਡੇ ਤੋਂ ਵੱਡੇ ਮਨਮੁਖ ਨੂੰ ਵੀ ਗੁਰਬਾਣੀ ਨਾਲ ਜੋੜ ਕੇ ਆਪਣੇ ਨਾਲ ਰਲਾ ਲੈਂਦੇ ਹਨ। ਜੋ ਚੰਦਨ ਦੀ ਸੰਗਤ ਵਿੱਚ ਰਹਿ ਕੇ ਢਾਕ ਪਲਾਸ ਦੀ ਵੇਲ ਵਿੱਚੋਂ ਵੀ ਚੰਦਨ ਦੀ ਹੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਤਕਰੀਬਨ ਸੰਨ 1984-85 ਵਿੱਚ ਇੱਕ ਦਿਨ ਬਾਬਾ ਜੀ ਜਥੇਦਾਰ ਪਰਮਜੀਤ ਸਿੰਘ ਦੇ ਘਰ ਵਿਖੇ ਬੈਠੇ ਹੋਏ ਸਨ। ਘਰ ਦੇ ਸਾਹਮਣੇ ਜੋ ਜਗ੍ਹਾ ਸੀ, ਬਾਬਾ ਜੀ ਨੇ ਉਸ ਜਗ੍ਹਾ 'ਤੇ ਕੁੱਲੀ ਬਣਾਉਣ ਲਈ ਸੰਗਤ ਨਾਲ ਵਿਚਾਰ ਕੀਤੀ। ਇਹ ਉਹੀ ਜਗ੍ਹਾ ਸੀ ਜੋ ਭਾਈ ਭਜਨ ਸਿੰਘ ਨੇ ਬਾਬਾ ਹਰਭਜਨ ਸਿੰਘ ਜੀ ਪਟਿਆਲੇ ਵਾਲਿਆਂ ਨੂੰ ਕੁੱਲੀ ਬਣਾਉਣ ਲਈ ਦਿੱਤੀ ਸੀ, ਪਰ ਉਸ ਜਗ੍ਹਾ 'ਤੇ ਕੁੱਲੀ ਨਹੀਂ ਬਣ ਸਕੀ ਸੀ। ਉਸ ਸਮੇਂ ਬਾਬਾ ਹਰਭਜਨ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਕੁੱਲੀ ਬਣੇਗੀ ਤਾਂ ਇਸੇ ਜਗ੍ਹਾ 'ਤੇ ਬਣੇਗੀ, ਨਹੀਂ ਤੇ ਨਹੀਂ ਬਣੇਗੀ।
ਪੂਰਾ ਵੇਰਵਾ ਪੂਰਨ ਸੋਈ ਸੰਤ ਭਾਗ ਪਹਿਲਾ ਵਿੱਚ ਪੜ੍ਹ ਸਕਦੇ ਹੋ। ਬਾਅਦ ਵਿੱਚ ਚੱਕਬੰਦੀ ਹੋਈ ਤਾਂ ਇਹ ਜਗ੍ਹਾ ਭਜਨ ਸਿੰਘ ਦੇ ਭਤੀਜੇ ਜਥੇਦਾਰ ਕਾਬਲ ਸਿੰਘ ਦੇ ਨਾਮ ਹੋ ਗਈ। ਬਾਬਾ ਜੀ ਕੁੱਲੀ ਵਾਲਿਆਂ ਨੇ ਇਸ ਜਗ੍ਹਾ 'ਤੇ ਕੁੱਲੀ ਬਣਾਉਣ ਲਈ ਸੰਗਤ ਨਾਲ ਵਿਚਾਰ ਕੀਤੀ ਤਾਂ ਜਥੇਦਾਰ ਕਾਬਲ ਸਿੰਘ ਨੇ ਇਹ ਜ਼ਮੀਨ ਕੁੱਲੀ ਬਣਾਉਣ ਵਾਸਤੇ ਸੇਵਾ ਵਿੱਚ ਹੀ ਦੇ ਦਿੱਤੀ। ਸੰਗਤ ਨੇ ਫਿਰ ਬਾਬਾ ਜੀ ਦਾ ਬਚਨ ਮੰਨ ਕੇ ਇਸ ਜਗ੍ਹਾ 'ਤੇ ਕੁੱਲੀ ਦੀ ਸੇਵਾ ਆਰੰਭ ਕਰ ਦਿੱਤੀ। ਇਸ ਤਰ੍ਹਾਂ ਅਟਲ ਬਚਨ ਸਾਧੂ ਜਣਾ ਸਭ ਮਹਿ ਪ੍ਰਗਟਾਇਆ ਅਨੁਸਾਰ ਬਾਬਾ ਹਰਭਜਨ ਸਿੰਘ ਜੀ ਦਾ ਵੀ ਬਚਨ ਪੂਰਾ ਹੋਇਆ। ਕੁੱਲੀ ਦੀ ਸੇਵਾ ਸ਼ੁਰੂ ਹੋਈ ਤਾਂ ਅਜੀਤਪੁਰ ਦੇ ਨਜ਼ਦੀਕ ਪਿੰਡ ਝਵੱਦੇ ਜਮਨਾ ਜਮਨੀ ਤੋਂ ਵੀ ਸੰਗਤ ਸੇਵਾ ਕਰਨ ਲਈ ਆਈ। ਪਿੰਡ ਝਵੱਦੇ ਵਿੱਚ ਲਗਭਗ ਸਾਰੇ ਹੀ ਘਰ ਕੱਖਾਂ ਕਾਨਿਆਂ ਦੇ ਬਣੇ ਹੋਏ ਸਨ। ਬਾਬਾ ਜੀ ਨੇ ਝਵੱਦੇ ਦੀ ਸੰਗਤ ਨੂੰ ਬਚਨ ਕੀਤਾ, ਝਵੱਦੇ ਵਾਲਿਓ, ਕੁੱਲੀ ਵਾਸਤੇ ਸਾਨੂੰ ਕੱਖਾਂ ਦੀ ਲੋੜ ਏ, ਆਪਣੇ ਕੱਖ ਸਾਨੂੰ ਦੇ ਜਾਵੋ ਤੇ ਪੱਕੇ ਘਰ ਲੈ ਜਾਵੋ। ਝਵੱਦੇ ਦੀ ਸੰਗਤ ਨੇ ਵੀ ਫਿਰ ਬਹੁਤ ਸੇਵਾ ਕੀਤੀ। ਅਜੀਤਪੁਰ ਵਿਖੇ ਕੁੱਲੀ ਤਿਆਰ ਹੋ ਗਈ। ਪਿੰਡ ਝਵੱਦੇ ਵਾਲਿਆਂ 'ਤੇ ਵੀ ਸਤਿਗੁਰੂ ਪਾਤਸ਼ਾਹ ਜੀ ਦੀ ਐਸੀ ਕਿਰਪਾ ਵਰਤੀ ਕਿ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਸਮਾਂ ਪਾ ਕੇ ਉਸ ਪਿੰਡ ਵਿੱਚ ਇੱਕ ਵੀ ਕੱਖਾਂ ਕਾਨਿਆਂ ਦਾ ਘਰ ਨਾ ਰਿਹਾ ਤੇ ਹੁਣ ਸਾਰੇ ਪਿੰਡ ਵਿੱਚ ਹੀ ਪੱਕੇ ਸੀਮੈਂਟ ਦੇ ਘਰ ਬਣੇ ਹੋਏ ਹਨ। ਬਚਨ ਵੀ ਹੈ, ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਭਾਏ, ਹੁਰਮਤ ਤਿਸਨੋ ਅਗਲੀ, ਉਹ ਵਜੋ ਪੀ ਦੂਣਾ ਖਾਏ। ਐਸੀਆਂ ਦੂਣ ਸਮਾਈਆਂ ਬਖਸ਼ਿਸ਼ਾਂ ਬਾਬਾ ਜੀ ਨੇ ਇਸ ਇਲਾਕੇ ਵਿੱਚ ਵੀ ਵਰਤਾਈਆਂ। ਲਾਂਸਡੌਨ ਵਿਖੇ ਅਜੀਤਪੁਰ ਤੋਂ ਵਾਪਸੀ 'ਤੇ 2-3 ਵਾਰ ਬਾਬਾ ਜੀ ਲਾਂਸਡੌਨ ਵਿਖੇ ਵੀ ਗਏ ਸਨ। ਇੱਥੇ ਮੇਜਰ ਅਜੀਤ ਸਿੰਘ ਜਲੰਧਰ ਵਾਲੇ ਰਹਿੰਦੇ ਸਨ, ਜੋ ਬਾਬਾ ਜੀ ਦੇ ਬੜੇ ਸ਼ਰਧਾਲੂ ਸੰਗੀ ਸਨ। ਮੇਜਰ ਸਾਹਿਬ ਨੇ ਬਾਬਾ ਜੀ ਦੇ ਪਹਿਲੀ ਵਾਰ ਦਰਸ਼ਨ ਉਦੋਂ ਕੀਤੇ ਸਨ ਜਦੋਂ ਸੰਨ 1981 ਵਿੱਚ ਮੇਜਰ ਸਾਹਿਬ ਦੀ ਬਦਲੀ ਆਰਮਡ ਰੈਜੀਮੈਂਟ ਅੰਮ੍ਰਿਤਸਰ ਸਾਹਿਬ ਵਿਖੇ ਹੋਈ। ਗੁਰਦੁਆਰਾ ਸੰਗਤਸਰ ਘਣੂਪੁਰ ਕਾਲੇ ਵਿਖੇ ਨਜ਼ਦੀਕ ਹੋਣ ਕਰਕੇ ਮੇਜਰ ਸਾਹਿਬ ਵੀ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਕਰਨ ਲਈ ਆ ਜਾਂਦੇ ਸਨ। ਬਾਬਾ ਜੀ ਦੇ ਵੀ ਦਰਸ਼ਨ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਬਾਬਾ ਜੀ ਦੀ ਭਾਵਨਾ ਤੇ ਮਾਇਆ ਤੋਂ ਨਿਰਲੇਪ ਜੀਵਨ ਦੇਖ ਕੇ ਮੇਜਰ ਸਾਹਿਬ ਦੀ ਬਾਬਾ ਜੀ ਤੇ ਬੜੀ ਸ਼ਰਧਾ ਬਣ ਗਈ। ਮੇਜਰ ਸਾਹਿਬ ਤਕਰੀਬਨ ਹਰ ਰੋਜ਼ ਹੀ ਸ਼ਾਮ ਦੇ ਸਮੇਂ ਬਾਬਾ ਜੀ ਦੇ ਕੋਲ ਆ ਜਾਇਆ ਕਰਦੇ। ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਬੈਠ ਕੇ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਤੇ ਉਪਰੰਤ ਬਾਬਾ ਜੀ ਦੇ ਕੋਲੋਂ ਗੁਰਮਤਿ ਵਿਚਾਰਾਂ ਸੁਣਦੇ। ਮਨ ਨੂੰ ਬੜੀ ਸ਼ਾਂਤੀ ਮਹਿਸੂਸ ਹੁੰਦੀ, ਹਿਰਦੇ ਅੰਦਰ ਠੰਡ ਵਰਤ ਜਾਂਦੀ। ਜਿਵੇਂ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਕਰ ਕਿਰਪਾ ਮੋਹ ਸਾਧ ਮਿਲਾਇਆ, ਮਨ ਤਨ ਸੀਤਲ ਧੀਰਜ ਪਾਇਆ। ਸੰਨ 1984 ਵਿੱਚ ਮੇਜਰ ਸਾਹਿਬ ਦੀ ਬਦਲੀ ਅੰਮ੍ਰਿਤਸਰ ਸਾਹਿਬ ਤੋਂ ਗੜਵਾਲ ਸੈਂਟਰ ਲਾਂਸਡੌਨ ਵਿਖੇ ਹੋ ਗਈ। ਲਾਂਸਡੌਨ ਤਕਰੀਬਨ 6000 ਫੁੱਟ ਦੀ ਉਚਾਈ 'ਤੇ ਅੰਗਰੇਜ਼ਾਂ ਦੁਆਰਾ ਬਣਾਈ ਗਈ ਛਾਉਣੀ ਹੈ, ਜਿਸ ਦੀ ਆਬੋ ਹਵਾ ਬਹੁਤ ਹੀ ਮਨਮੋਹਕ ਹੈ। ਭਾਰਤੀ ਫੌਜ ਦੀ ਗੜਵਾਲ ਰੈਜੀਮੈਂਟ ਦਾ ਹੈੱਡਕੁਆਰਟਰ ਲਾਂਸਡੌਨ ਵਿਖੇ ਹੈ। ਇੱਕ ਵਾਰ ਮੇਜਰ ਸਾਹਿਬ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਜੀ, ਤੁਸੀਂ ਕੋਟ ਦਵਾਰ ਨਜੀਬਾਬਾਦ ਤੋਂ ਲੰਘ ਕੇ ਕਾਂਚੀਪੁਰ ਯੂਪੀ ਜਾਂਦੇ ਹੋ। ਕੋਟ ਦਵਾਰ ਤੋਂ 30 ਕੁ ਮੀਲ ਦੇ ਪੈਂਡੇ 'ਤੇ ਹੀ ਲਾਂਸਡੌਨ ਹੈ। ਆਪ ਜੀ ਸਾਡੇ ਕੋਲ ਉੱਥੇ ਜ਼ਰੂਰ ਆਓ। ਬਾਬਾ ਜੀ ਮੇਜਰ ਸਾਹਿਬ ਨੂੰ ਕਹਿੰਦੇ ਕਿ ਪੁੱਤ ਠੀਕ ਹੈ, ਤੁਹਾਡੇ ਕੋਲ ਵੀ ਆਵਾਂਗੇ। ਬਾਬਾ ਜੀ ਫਿਰ ਅਜੀਤਪੁਰ ਕਾਂਚੀਪੁਰ ਤੋਂ ਵਾਪਸ ਆਉਂਦੇ ਤਾਂ ਕੁਝ ਦਿਨ ਮੇਜਰ ਸਾਹਿਬ ਦੇ ਕੋਲ ਲਾਂਸਡੌਨ ਵਿਖੇ ਵੀ ਠਹਿਰਦੇ ਸਨ। ਮੇਜਰ ਸਾਹਿਬ ਤੇ ਉਹਨਾਂ ਦਾ ਪਰਿਵਾਰ ਬਾਬਾ ਜੀ ਦੀ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦਾ ਸੀ। ਬਾਬਾ ਜੀ ਇੱਥੇ ਮੇਜਰ ਸਾਹਿਬ ਦੇ ਘਰ ਵਿਖੇ ਵੀ ਗੁਰਸ਼ਬਦ ਵਿਚਾਰਾਂ ਦੀ ਹਾਜ਼ਰੀ ਲਵਾਉਂਦੇ ਸਨ। ਹੋਰ ਵੀ ਅਫਸਰ ਤੇ ਉਹਨਾਂ ਦੇ ਪਰਿਵਾਰ ਮੇਜਰ ਸਾਹਿਬ ਦੇ ਘਰ ਆ ਜਾਇਆ ਕਰਦੇ ਸਨ ਤੇ ਬੜਾ ਆਨੰਦਮਈ ਸਤਸੰਗ ਹੋਇਆ ਕਰਦਾ ਸੀ। ਪਾਤਸ਼ਾਹ ਜੀ ਦੇ ਬਚਨ, ਮਨ ਰੇ RAM ਨਾਮ ਜਸ ਲੇ, ਬਿਨ ਗੁਰ ਇਹੋ ਰਸ ਕਿਉਂ ਲਹੋ, ਗੁਰ ਮੇਲੇ ਹਰ ਦੇ ਰਹਾਓ। ਸੰਤ ਜਨਾ ਮਿਲ ਸੰਗਤੀ ਗੁਰਮੁਖ ਤੀਰਥ ਹੋਏ, 68 ਤੀਰਥ ਮੱਜਣਾ ਗੁਰ ਦਰਸ ਪ੍ਰਾਪਤ ਹੋਏ।
ਅਨੁਸਾਰ ਸਾਰੀ ਸੰਗਤ ਬੜੇ ਪ੍ਰੇਮ ਨਾਲ ਬਾਬਾ ਜੀ ਤੋਂ ਅਧਿਆਤਮਿਕ ਵਿਚਾਰਾਂ ਸਰਵਣ ਕਰਦੀ ਸੀ। ਬਾਬਾ ਜੀ ਜਦੋਂ ਪਹਿਲੀ ਵਾਰ ਲਾਂਸਡੌਨ ਵਿਖੇ ਆਏ ਤਾਂ ਉਸ ਸਮੇਂ ਮੇਜਰ ਸਾਹਿਬ ਲੁਥਰਾ ਹੱਟ ਵਿਖੇ ਰਹਿੰਦੇ ਸਨ। ਬਾਬਾ ਜੀ ਦੇ ਨਾਲ ਸੰਗਤ ਵੀ ਆਈ ਸੀ। ਬਾਬਾ ਜੀ ਸਾਰੀ ਸੰਗਤ ਸਮੇਤ ਮੇਜਰ ਸਾਹਿਬ ਦੇ ਘਰ ਵਿਖੇ ਠਹਿਰੇ। ਮੇਜਰ ਸਾਹਿਬ ਤੇ ਉਹਨਾਂ ਦੇ ਜੀਵਨ ਸਾਥੀ ਮਾਤਾ ਅਵਤਾਰ ਕੌਰ ਜੀ ਨੇ ਸਾਰੀ ਸੰਗਤ ਤੇ ਬਾਬਾ ਜੀ ਦੀ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ। ਮਾਤਾ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਸਾਰੀ ਸੰਗਤ ਦੇ ਇਸ਼ਨਾਨ ਕਰਨ ਲਈ ਜਲ ਪਾਣੀ ਗਰਮ ਕੀਤਾ ਤੇ ਪ੍ਰਸ਼ਾਦਾ ਤਿਆਰ ਕਰਕੇ ਸਾਰੀ ਸੰਗਤ ਨੂੰ ਪ੍ਰਸ਼ਾਦਾ ਛਕਾਇਆ। ਬਾਬਾ ਜੀ ਨੂੰ ਵੀ ਪ੍ਰਸ਼ਾਦਾ ਤੇ ਚਾਹ ਦਾ ਲੰਗਰ ਛਕਾਇਆ। ਮਾਤਾ ਜੀ ਲੰਗਰ ਪਾਣੀ ਛਕਾ ਕੇ ਬਾਬਾ ਜੀ ਦੇ ਕੋਲ ਬੈਠ ਗਏ ਤੇ ਬਾਬਾ ਜੀ ਦੇ ਕੋਲੋਂ ਗੁਰਬਾਣੀ ਵਿਚਾਰਾਂ ਸਰਵਣ ਕੀਤੀਆਂ। ਮਾਤਾ ਜੀ ਨੇ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ, ਜਪਜੀ ਸਾਹਿਬ ਵਿੱਚ ਸ਼ਬਦ ਆਉਂਦਾ ਹੈ ਕਿ ਦੇਂਦਾ ਦੇ ਲੈਂਦੇ ਥੱਕ ਪਾਹੇ, ਇਸ ਦਾ ਕੀ ਭਾਵ ਹੈ? ਬਾਬਾ ਜੀ ਨੇ ਬਚਨ ਕੀਤਾ ਕਿ ਪੁੱਤ, ਸਾਡਾ ਸਰੀਰ ਪਦਾਰਥਾਂ ਦੇ ਆਨੰਦ ਮਾਣਦਾ, ਪਰ ਪਦਾਰਥ ਨਹੀਂ ਮੁੱਕਦੇ। ਆਨੰਦ ਮਾਣਦਾ ਇਹ ਸਰੀਰ ਹੀ ਆਖਰ ਥੱਕ ਜਾਂਦਾ, ਮੁੱਕ ਜਾਂਦਾ। ਸਾਡੇ ਦੰਦ ਥੱਕ ਜਾਂਦੇ, ਜਿਹਵਾ ਥੱਕ ਜਾਂਦੀ, ਸਰੀਰ ਵੀ ਹੰਬ ਜਾਂਦਾ, ਪਰ ਉਸ ਬੇਅੰਤ ਮਾਲਕ ਦੀਆਂ ਦਾਤਾਂ ਬੇਅੰਤ ਹਨ, ਉਹ ਨਹੀਂ ਮੁੱਕਦੀਆਂ। ਉਹ ਦਾਤਾਂ ਵੰਡੀ ਜਾਂਦਾ, ਉਹਦੀ ਵਰਖਾ ਅੱਗੇ ਸਾਡੀ ਹੀ ਝੋਲੀ ਛੋਟੀ ਪੈ ਜਾਂਦੀ। ਉਹ ਦਾਤਾਂ ਦੇ ਕੇ ਵੀ ਨਹੀਂ ਹੰਬਦਾ, ਪਰ ਅਸੀਂ ਦਾਤਾਂ ਲੈ ਕੇ ਹੀ ਹੰਬ ਜਾਂਦੇ ਹਾਂ। ਬਚਨ ਵੀ ਹੈ, ਥਾਕੇ ਨੈਣ ਸਰਵਣ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕਦੀ ਸਭ ਮਤ ਥਾਕੀ, ਏਕ ਨ ਥਾਕਸ ਮਾਇਆ, ਤਥਾ ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ। ਮਾਤਾ ਜੀ ਨੇ ਸਤ ਵਚਨ ਕੀਤਾ ਤੇ ਫਿਰ ਬਾਬਾ ਜੀ ਨੂੰ ਪੁੱਛਿਆ ਕਿ ਬਾਬਾ ਜੀ, ਨਾਮ ਕਿੱਡਾ ਕੋ ਵੱਡਾ ਸਰੋਵਰ ਹੈ, ਅਸੰਖ ਸੰਗਤ ਨਾਮ ਜਪਦੀ ਹੈ, ਕੀ ਉਹ ਸਰੋਵਰ ਵਿੱਚੋਂ ਥੋੜਾ ਨਹੀਂ ਹੁੰਦਾ? ਬਾਬਾ ਜੀ ਕਹਿੰਦੇ ਕਿ ਪੁੱਤ, ਨਾਮ ਰੂਪੀ ਸਰੋਵਰ ਕਦੇ ਘਟਦਾ ਨਹੀਂ, ਉਹ ਅਥਾਹ ਹੈ, ਬੇਅੰਤ ਹੈ। ਪੁੱਤ, ਜਿਵੇਂ ਇੱਕ ਦੀਵੇ ਤੋਂ ਹਜ਼ਾਰਾਂ ਦੀਵੇ ਬਾਲੀਏ ਤੇ ਦੀਵੇ ਦੀ ਰੋਸ਼ਨੀ ਘਟਦੀ ਨਹੀਂ, ਸਗੋਂ ਹਜ਼ਾਰਾਂ ਗੁਣਾ ਹੋ ਜਾਂਦੀ ਹੈ। ਇਵੇਂ ਹੀ ਜਦੋਂ ਤੁਸੀਂ ਇੱਕ ਵਾਰ ਵਾਹਿਗੁਰੂ ਕਹਿੰਦੇ ਹੋ ਤਾਂ ਉਹ 10 ਵਾਰ ਹੋਰ ਇਸ ਸਰੋਵਰ ਵਿੱਚ ਆ ਜਾਂਦਾ ਹੈ। ਪਾਤਸ਼ਾਹ ਜੀ ਦਾ ਵੀ ਬਚਨ ਹੈ, ਇਹੋ ਤਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰੂ ਦੀਆ ਦਿਖਾਏ, ਆਪਣੇ ਸਤਿਗੁਰ ਕੋ ਸਦ ਬਲ ਜਾਈ, ਗੁਰ ਕਿਰਪਾ ਤੇ ਹਰ ਮਨ ਵਸਾਈ। ਮਾਤਾ ਜੀ ਨੇ ਹੋਰ ਵੀ ਗੁਰਬਾਣੀ ਦੇ ਬਚਨ ਬਾਬਾ ਜੀ ਦੇ ਨਾਲ ਸਾਂਝੇ ਕੀਤੇ ਤੇ ਬਾਬਾ ਜੀ ਨੇ ਗੁਰਮਤਿ ਦੇ ਆਸ਼ੇ ਅਨੁਸਾਰ ਸਾਰੀ ਸੰਗਤ ਨੂੰ ਵਿਚਾਰਾਂ ਸਰਵਣ ਕਰਵਾਈਆਂ। ਕੁਝ ਦਿਨ ਗੁਰਮਤਿ ਵਿਚਾਰਾਂ ਦੀ ਸਾਂਝ ਕਰਕੇ ਬਾਬਾ ਜੀ ਨੇ ਲਾਂਸਡੌਨ ਤੋਂ ਵਾਪਸੀ ਦੀ ਤਿਆਰੀ ਕਰ ਲਈ। 4 ਫੱਗਣ ਨੂੰ ਪੰਡੋਰੀ ਕੁਟੀਆ ਭਲੱਥ ਵਿਖੇ ਸਾਲਾਨਾ ਦਿਹਾੜਾ ਹੁੰਦਾ ਸੀ। ਬਾਬਾ ਜੀ ਵਾਪਸ ਆਉਣ ਲੱਗੇ ਤਾਂ ਮਾਤਾ ਜੀ ਨੇ ਰਸਤੇ ਵਿੱਚ ਸੰਗਤ ਦੇ ਛਕਣ ਲਈ ਇੱਕ ਟੋਕਰਾ ਪ੍ਰਸ਼ਾਦੇ ਤੇ ਇੱਕ ਪੀਪਾ ਸਬਜ਼ੀ ਤਿਆਰ ਕਰ ਦਿੱਤੀ। ਪਰ ਬਾਬਾ ਜੀ ਨੂੰ ਤੋਰਨ ਵੇਲੇ ਮਾਤਾ ਜੀ ਬੈਰਾਗ ਵਿੱਚ ਆ ਗਏ ਤੇ ਲੰਗਰ ਗੱਡੀ ਵਿੱਚ ਰੱਖਣਾ ਭੁੱਲ ਗਏ। ਮੇਜਰ ਸਾਹਿਬ ਹੋਰਾਂ ਨੂੰ ਆਸ਼ੀਰਵਾਦਾਂ ਦੇ ਕੇ ਬਾਬਾ ਜੀ ਸੰਗਤ ਦੇ ਨਾਲ ਲਾਂਸਡੌਨ ਤੋਂ ਪੰਡੋਰੀ ਕੁਟੀਆ ਵੱਲ ਤੁਰ ਪਏ। 2 ਕਿਲੋਮੀਟਰ ਹੀ ਪੈਂਡਾ ਤੈਅ ਕੀਤਾ ਸੀ ਕਿ ਬਾਬਾ ਜੀ ਦੀ ਗੱਡੀ ਖਰਾਬ ਹੋ ਗਈ। ਮੇਜਰ ਸਾਹਿਬ ਹੋਰਾਂ ਨੂੰ ਸੁਨੇਹਾ ਮਿਲਿਆ ਕਿ ਬਾਬਾ ਜੀ ਦੀ ਗੱਡੀ ਖਰਾਬ ਹੋ ਗਈ ਹੈ। ਉਹ ਜਲਦੀ ਨਾਲ ਬ੍ਰਿਗੇਡੀਅਰ ਭੁੱਲਰ ਸਾਹਿਬ ਨੂੰ ਨਾਲ ਲੈ ਕੇ ਬਾਬਾ ਜੀ ਦੇ ਕੋਲ ਆਏ। ਉਹਨਾਂ ਨੇ ਹੋਰ ਗੱਡੀ ਦਾ ਵੀ ਪ੍ਰਬੰਧ ਕਰ ਲਿਆ, ਜਿਸ ਨਾਲ ਬੰਨ੍ਹ ਕੇ ਗੱਡੀ ਨੂੰ ਮਕੈਨਿਕ ਕੋਲ ਲਿਜਾਇਆ ਜਾ ਸਕੇ। ਉੱਧਰ ਮਾਤਾ ਜੀ ਨੇ ਦੇਖਿਆ ਕਿ ਉਹਨਾਂ ਨੇ ਲੰਗਰ ਤਾਂ ਗੱਡੀ ਵਿੱਚ ਰੱਖਿਆ ਹੀ ਨਹੀਂ। ਉਹਨਾਂ ਨੇ ਮਿਸੇਜ ਭੁੱਲਰ ਨੂੰ ਫੋਨ ਕੀਤਾ। ਮਿਸੇਜ ਭੁੱਲਰ ਕਾਰ ਲੈ ਕੇ ਮਾਤਾ ਜੀ ਦੇ ਕੋਲ ਆਏ ਤੇ ਪ੍ਰਸ਼ਾਦਿਆਂ ਦਾ ਟੋਕਰਾ ਤੇ ਸਬਜ਼ੀ ਲੈ ਕੇ ਬਾਬਾ ਜੀ ਦੇ ਕੋਲ ਪਹੁੰਚੇ। ਮਾਤਾ ਜੀ ਲੰਗਰ ਲੈ ਕੇ ਆਏ ਤੇ ਤਾਂ ਬਾਬਾ ਜੀ ਮੁਸਕਰਾ ਕੇ ਕਹਿੰਦੇ ਕਿ ਕਾਰਨ ਤੇ ਇਹ ਹੈ ਜਿਹੜੀ ਗੱਡੀ ਖਰਾਬ ਹੋਈ ਹੈ। ਮਾਤਾ ਜੀ ਵੀ ਖੁਸ਼ ਹੋਏ ਤੇ ਫਿਰ ਲੰਗਰ ਗੱਡੀ ਵਿੱਚ ਰੱਖ ਦਿੱਤਾ। ਲੰਗਰ ਗੱਡੀ ਵਿੱਚ ਰੱਖ ਕੇ ਭਾਈ ਬਲਵੰਤ ਸਿੰਘ ਜੀ ਡਰਾਈਵਰ ਬਾਬਾ ਜੀ ਦੇ, ਉਹਨਾਂ ਨੇ ਗੱਡੀ ਸਟਾਰਟ ਕੀਤੀ ਤਾਂ ਗੱਡੀ ਸਟਾਰਟ ਹੋ ਗਈ। ਐਸੇ ਪਿਆਰ ਭਰੇ ਕੌਤਕ ਬਾਬਾ ਜੀ ਦੇ ਸਨ। ਮਹਾਤਮਾ ਜੀ ਨੂੰ ਪ੍ਰਸ਼ਾਦਾ ਛਕਾਉਣਾ। ਇਵੇਂ ਹੀ ਇੱਕ ਵੇਰਾ ਬਾਬਾ ਜੀ ਦਿੱਲੀ ਵੱਲ ਜਾ ਰਹੇ ਸਨ। ਰਾਜਪੁਰਾ ਸ਼ਹਿਰ ਦੇ ਕੋਲ ਪਹੁੰਚੇ ਤਾਂ ਗੱਡੀ ਦਾ ਇੰਜਨ ਗਰਮ ਹੋ ਗਿਆ। ਭਾਈ ਬਲਵੰਤ ਸਿੰਘ
ਜੋ ਬਾਬਾ ਜੀ ਦੇ ਡਰਾਈਵਰ ਸਨ ਉਹਨਾਂ ਨੇ ਗੱਡੀ ਰੋਕ ਕੇ ਇੰਜਨ ਚੈੱਕ ਕੀਤਾ, ਪਰ ਇੰਜਨ ਵਿੱਚ ਕੋਈ ਖਰਾਬੀ ਨਹੀਂ ਸੀ। ਇੱਕ ਮਹਾਤਮਾ ਜੀ ਬਾਬਾ ਜੀ ਦੀ ਗੱਡੀ ਵੱਲ ਆਏ। ਮਹਾਤਮਾ ਜੀ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਫਿਰ ਬਾਬਾ ਜੀ ਦੇ ਕੋਲੋਂ ਪ੍ਰਸ਼ਾਦਾ ਛਕਣ ਲਈ ਮੰਗਿਆ। ਬਾਬਾ ਜੀ ਗੱਡੀ ਵਿੱਚ ਪ੍ਰਸ਼ਾਦਾ ਤੇ ਦਾਲ ਨਾਲ ਹੀ ਰੱਖਦੇ ਸਨ। ਬਾਬਾ ਜੀ ਨੇ ਭਾਈ ਬਲਵੰਤ ਸਿੰਘ ਨੂੰ ਗੱਡੀ ਵਿੱਚੋਂ ਪ੍ਰਸ਼ਾਦਾ ਲਿਆਉਣ ਲਈ ਕਿਹਾ। ਭਾਈ ਸਾਹਿਬ ਗੱਡੀ ਵਿੱਚੋਂ ਪ੍ਰਸ਼ਾਦਾ ਲੈ ਕੇ ਆਏ। ਬਾਬਾ ਜੀ ਨੇ 4 ਪ੍ਰਸ਼ਾਦੇ ਤੇ ਦਾਲ ਮਹਾਤਮਾ ਜੀ ਨੂੰ ਦਿੱਤੀ। 4 ਪ੍ਰਸ਼ਾਦੇ ਛਕ ਕੇ ਮਹਾਤਮਾ ਜੀ ਨੇ ਫਿਰ ਇੱਕ ਹੋਰ ਪ੍ਰਸ਼ਾਦਾ ਬਾਬਾ ਜੀ ਦੇ ਕੋਲੋਂ ਮੰਗਿਆ। ਪ੍ਰਸ਼ਾਦਾ ਛਕਾ ਕੇ ਬਾਬਾ ਜੀ ਨੇ ਫਿਰ ਮਹਾਤਮਾ ਜੀ ਦੇ ਹੱਥ ਸੁੱਚੇ ਕਰਵਾਏ। ਪਾਤਸ਼ਾਹ ਜੀ ਦੇ ਬਚਨ ਸਾਧ ਕੀ ਸੱਚ ਟਹਿਲ ਕਮਾਨੀ ਅਨੁਸਾਰ ਬਾਬਾ ਜੀ ਨੇ ਮਹਾਤਮਾ ਜੀ ਦੀ ਬੜੀ ਭਾਵਨਾ ਨਾਲ ਸੇਵਾ ਕੀਤੀ। ਪ੍ਰਸ਼ਾਦਾ ਛਕ ਕੇ ਮਹਾਤਮਾ ਜੀ ਨੇ ਫਿਰ ਅਰਦਾਸ ਕੀਤੀ। ਬਾਬਾ ਜੀ ਨੇ ਮਹਾਤਮਾ ਜੀ ਨੂੰ 5 ਰੁਪਏ ਭੇਟਾ ਕੀਤੇ, ਪਰ ਮਹਾਤਮਾ ਜੀ ਨੇ 5 ਰੁਪਏ ਲੈਣ ਤੋਂ ਮਨਾ ਕਰ ਦਿੱਤਾ ਤੇ ਨਮਸਕਾਰ ਕਰਕੇ ਚਲੇ ਗਏ। ਐਸੇ ਸਤਿਪੁਰਸ਼ਾਂ ਪ੍ਰਥਾਏ ਹੀ ਪਾਤਸ਼ਾਹ ਬਚਨ ਕਰਦੇ ਹਨ ਕਿ ਰਹਿਤ ਬੇਕਾਰ ਅਲਪ ਮਾਇਆ ਤੇ ਅਹਮ ਬੁੱਧ ਬਿਖ ਤਿਆਗੀ। ਬਾਬਾ ਜੀ ਦੱਸਦੇ ਸਨ ਕਿ ਮਹਾਤਮਾ ਜੀ ਬਸ ਥੋੜ੍ਹੀ ਦੂਰ ਤੱਕ ਹੀ ਜਾਂਦੇ ਨਜ਼ਰੀ ਪਏ, ਪਤਾ ਨਹੀਂ ਚੱਲਿਆ ਕਿ ਫਿਰ ਕਿੱਥੇ ਅਲੋਪ ਹੋ ਗਏ, ਜਿਵੇਂ ਪਰਮੇਸ਼ਵਰ ਆਪ ਹੀ ਮਹਾਤਮਾ ਜੀ ਦੇ ਰੂਪ ਵਿੱਚ ਪ੍ਰਗਟ ਆਇਆ ਹੋਵੇ। ਪ੍ਰਗਟ ਭਇਆ ਸਾਧੂ ਕੈ ਸੰਗ ਭਗਤ ਅਰਾਧੈ ਅਣਦਿਨ ਰੰਗ। ਬਾਬਾ ਜੀ ਫਿਰ ਅੱਗੇ ਦਿੱਲੀ ਨੂੰ ਤੁਰ ਪਏ। ਅੰਬਾਲੇ ਨਜ਼ਦੀਕ ਪਹੁੰਚੇ ਤਾਂ ਉੱਥੇ ਪਹੁੰਚ ਕੇ ਗੱਡੀ ਦਾ ਇੰਜਨ ਫਿਰ ਗਰਮ ਹੋ ਗਿਆ। ਗੱਡੀ ਖੜੀ ਦੇਖ ਕੇ ਉੱਥੋਂ ਦੇ ਝੁੱਗੀ ਵਾਲਿਆਂ ਦੇ ਬੱਚੇ ਗੱਡੀ ਦੇ ਕੋਲ ਆ ਗਏ। ਬਾਬਾ ਜੀ ਭਾਈ ਬਲਵੰਤ ਸਿੰਘ ਨੂੰ ਕਹਿੰਦੇ, ਬਲਵੰਤ ਸਿਆਂ ਲਿਆ ਗੱਡੀ ਵਿੱਚੋਂ ਲੰਗਰ ਕੱਢ, ਇਹਨਾਂ ਰੱਬਾਂ ਨੂੰ ਵੀ ਪ੍ਰਸ਼ਾਦਾ ਛਕਾਈਏ। ਬਾਬਾ ਜੀ ਦੀ ਦ੍ਰਿਸ਼ਟੀ ਐਸੀ ਸੀ ਕਿ ਸਾਚ ਵਸਿਆ ਸਾਚੀ ਸਵਕਾਰ। ਬਾਬਾ ਜੀ ਨੇ ਫਿਰ ਉਹਨਾਂ ਬੱਚਿਆਂ ਨੂੰ ਵੀ ਪ੍ਰਸ਼ਾਦਾ ਛਕਾਇਆ ਤੇ ਭਾਈ ਬਲਵੰਤ ਸਿੰਘ ਨੂੰ ਕਹਿੰਦੇ, ਪੁੱਤ ਇਹਨਾਂ ਰੱਬਾਂ ਨੇ ਪ੍ਰਸ਼ਾਦਾ ਛਕਣਾ ਸੀ ਤਾਂ ਹੀ ਗੱਡੀ ਖਰਾਬ ਹੋਈ ਹੈ, ਹੋਰ ਗੱਡੀ ਵਿੱਚ ਕੋਈ ਨੁਕਸ ਨਹੀਂ। ਬੱਚਿਆਂ ਨੂੰ ਪ੍ਰਸ਼ਾਦਾ ਛਕਾ ਕੇ ਗੱਡੀ ਸਟਾਰਟ ਕੀਤੀ ਤਾਂ ਗੱਡੀ ਠੀਕ ਠਾਕ ਚੱਲ ਪਈ। ਬਾਬਾ ਜੀ ਦੇ ਜੀਵਨ ਦੇ ਇਹ ਕੌਤਕ ਅਚਰਜ ਵੀ ਸਨ ਤੇ ਸਾਡੇ ਲਈ ਇਹ ਬੜੀ ਸਿੱਖਿਆ ਵੀ ਸਨ। ਇੱਕ ਵਾਰ ਹਰਿਦੁਆਰ ਤੋਂ ਰਿਸ਼ੀਕੇਸ਼ ਵੱਲ ਜਾ ਰਹੇ ਸਨ। ਭਾਈ ਬਲਵੰਤ ਸਿੰਘ ਡਰਾਈਵਰ, ਬਾਪੂ ਤਾਰਾ ਸਿੰਘ ਧੋਲ ਤੇ 2 ਸਿੰਘ ਹੋਰ ਵੀ ਬਾਬਾ ਜੀ ਦੇ ਨਾਲ ਗੱਡੀ ਵਿੱਚ ਸਨ। ਹਰਿਦੁਆਰ ਤੋਂ ਥੋੜ੍ਹਾ ਕੁ ਅੱਗੇ ਗਏ ਤਾਂ ਬਾਬਾ ਜੀ ਭਾਈ ਬਲਵੰਤ ਸਿੰਘ ਨੂੰ ਕਹਿੰਦੇ ਕਿ ਪੁੱਤ ਇੱਥੇ ਗੱਡੀ ਰੋਕ। ਭਾਈ ਬਲਵੰਤ ਸਿੰਘ ਨੇ ਗੱਡੀ ਰੋਕ ਦਿੱਤੀ। ਬਾਬਾ ਜੀ ਅਤੇ ਸਾਰੇ ਸਿੰਘ ਗੱਡੀ ਵਿੱਚ ਉਤਰ ਕੇ ਬਾਹਰ ਆਏ। ਬਾਬਾ ਜੀ ਬਲਵੰਤ ਸਿੰਘ ਨੂੰ ਕਹਿੰਦੇ ਕਿ ਪੁੱਤ ਗੱਡੀ ਵਿੱਚੋਂ ਸਟੋਵ ਕੱਢ, ਤੁਹਾਨੂੰ ਅੱਜ ਚਾਹ ਛਕਾਉਂਦੇ ਆ। ਭਾਈ ਸਾਹਿਬ ਜੀ ਨੇ ਗੱਡੀ ਵਿੱਚੋਂ ਸਟੋਵ ਕੱਢਿਆ। ਬਾਬਾ ਜੀ ਨੇ ਸਟੋਵ 'ਤੇ ਚਾਹ ਤਿਆਰ ਕੀਤੀ ਤੇ ਸਾਰੇ ਸਿੰਘਾਂ ਨੂੰ ਛਕਾਈ। ਬਾਬਾ ਜੀ ਵੀ ਚਾਹ ਦਾ ਪਿਆਲਾ ਲੈ ਕੇ ਛਕਣ ਲੱਗ ਪਏ ਤੇ ਬਾਪੂ ਤਾਰਾ ਸਿੰਘ ਨੂੰ ਬਚਨ ਕੀਤਾ, ਤਾਰਾ ਸਿਆਂ ਇੱਥੇ ਅੱਗੇ ਵੀ ਇੱਦਾਂ ਹੀ ਇਕੱਠੇ ਬੈਠੇ ਸੀ, ਅੱਜ ਫਿਰ ਇਹ ਧਰਤੀ ਪੁਕਾਰ ਰਹੀ ਸੀ ਇਹਦੇ ਸਦੜੇ ਤੇ ਅੱਜ ਫਿਰ ਇੱਥੇ ਬੈਠੇ ਆ ਤੇ ਅਗਾਂਹ ਵੀ ਫਿਰ ਕਦੇ ਸਮਾਂ ਬਣੂਗਾ ਤੇ ਫਿਰ ਇੱਥੇ ਬੈਠਾਂਗੇ। ਬਚਨ ਵੀ ਹੈ, ਧਨ ਧਰਤੀ ਉਹ ਥਾਂ ਧਨ, ਗੁਰਸਿੱਖ ਸਾਧੂ ਪੈਰ ਧਰੰਦਾ, ਚਰਨ ਧੂੜ ਪ੍ਰਦਾਨ ਕਰ, ਸੰਤ ਵੇਦ ਜਸ ਗਾਵ ਸੁਨੰਦਾ, ਵਡ ਭਾਗੀ ਪਾ ਖਾਕ ਲਹੰਤਾ। ਬਾਬਾ ਹਰਦਿੱਤਾ ਜੀ ਦੇ ਅਸਥਾਨ ਤੇ ਗੁਰਦੁਆਰਾ ਸਾਹਿਬ ਦੀ ਸੇਵਾ। ਐਸੀ ਹੀ ਪਵਿੱਤਰ ਤੇ ਧੰਤਾਯੋਗ ਧਰਤੀ ਸੀ ਜਿੱਥੇ ਬਾਬਾ ਹਰਦਿੱਤਾ ਜੀ ਦੀ ਸਮਾਧ ਸੀ। ਬਾਬਾ ਹਰਦਿੱਤਾ ਜੀ ਬੜੀ ਬੰਦਗੀ ਵਾਲੇ ਪੂਰਨ ਮਹਾਂਪੁਰਖ ਸਨ। ਬਾਬਾ ਜੀ ਕੁੱਲੀ ਵਾਲਿਆਂ ਦੇ ਪਰਿਵਾਰਕ ਰਿਸ਼ਤੇ ਵਜੋਂ ਦਾਦਾ ਜੀ ਲੱਗਦੇ ਸਨ। ਬਾਬਾ ਹਰਦਿੱਤਾ ਜੀ ਬਾਰੇ ਸ਼ੁਰੂਆਤ ਵਿੱਚ ਪਹਿਲਾ ਭਾਗ ਦੇ ਵਿੱਚ ਬਚਨ ਸਾਂਝੇ ਕੀਤੇ ਹਨ। ਸਰਦਾਰ ਲਾਭ ਸਿੰਘ ਵੱਲੋਂ ਭੇਟਾ ਕੀਤੀ ਜ਼ਮੀਨ ਜਿਸ ਅਸਥਾਨ ਤੇ ਬਾਬਾ ਜੀ ਨੇ ਕੱਖਾਂ ਦੀ ਕੁੱਲੀ ਬਣਾਈ ਸੀ, ਬਾਬਾ ਹਰਦਿੱਤਾ ਜੀ ਦੀ ਸਮਾਧ ਵੀ ਉਸ ਅਸਥਾਨ ਦੇ ਨਾਲ ਹੀ ਸੀ। ਪਿੰਡ ਘਣੂਪੁਰ ਕਾਲੇ ਦੇ ਲੋਕ ਉਸ ਸਮਾਧ ਉੱਤੇ ਦੀਵੇ ਜਗਾਉਂਦੇ ਸਨ ਤੇ ਮੱਥਾ ਟੇਕਦੇ ਸਨ। ਬਾਬਾ ਜੀ ਪਿੰਡ ਵਾਸੀਆਂ ਨੂੰ ਬਹੁਤ ਸਮਝਾਉਂਦੇ ਸਨ ਕਿ ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਹੀ ਟੇਕਣਾ ਹੈ, ਪਰ ਲੋਕ ਫਿਰ ਵੀ ਸਮਾਧ ਉੱਤੇ ਮੱਥਾ ਟੇਕ ਦਿੰਦੇ ਸਨ। ਲੋਕ ਸਮਾਧ 'ਤੇ ਮੱਥੇ ਟੇਕਣੋਂ ਨਾ ਹਟੇ ਤਾਂ ਬਾਬਾ ਜੀ ਨੇ ਇਸ ਭਾਗਾਂ ਵਾਲੀ ਧਰਤੀ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਨ ਦੀ ਵਿਚਾਰ ਬਣਾਈ। ਤਕਰੀਬਨ ਸੰਨ 1985 ਵਿੱਚ
ਬਾਬਾ ਜੀ ਨੇ ਸੰਗਤ ਦੇ ਸਹਿਯੋਗ ਨਾਲ ਇਸ ਅਸਥਾਨ 'ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕਰਵਾਈ। ਫਿਰ ਇਸ ਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ। ਸੱਚੀ ਬਾਣੀ ਪਾਏ ਭਾਗ ਕੋਏ। ਇਮਾਰਤ ਦੀ ਸੰਪੂਰਨਤਾ ਤੇ ਗੁਰੂ ਸਾਹਿਬ ਜੀ ਦੇ ਸ਼ੁਕਰਾਨੇ ਵਜੋਂ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਬਖਸ਼ਿਸ਼ ਕੀਤਾ। ਤਨਾਸਰੀ ਮਹੱਲਾ ਪੰਜਵਾਂ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ऊपर कर ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ। दयाल पुरख बख्शांद रहाओ। जो मांगह ठाकुर अपने ते सोई सोई देवै। नानक दास मुख ते जो बोलै इहाँ उहाँ सच होवै। बाबा जी ने भी गुरमत विचारां दी हाज़री लवाई। बाबा जी ने श्री हुक्मनामा साहिब विच बख्शिश होई इस पंक्ति जो मांगै ठाकुर अपने ते सोई सोई देवै दी विचार करदे होए बचन कीता कि साध संगत जी ਵਾਹਿਗੁਰੂ ਕੋਲ ਸਭ ਕੁਝ ਦੇਣ ਦੀ ਸਮਰੱਥਾ ਹੈ, ਪਰ ਅਸੀਂ ਜੋ ਵਾਹਿਗੁਰੂ ਕੋਲੋਂ ਮੰਗਦੇ ਆ ਉਹ ਦਿੰਦਾ ਵੀ ਹੈ ਤੇ ਨਹੀਂ ਵੀ ਦਿੰਦਾ। ਉਹ ਸਾਡੀਆਂ ਜਾਇਜ਼ ਮੰਗਾਂ ਤੇ ਪੂਰੀਆਂ ਕਰਦਾ ਪਰ ਨਾਜਾਇਜ਼ ਨਹੀਂ। ਬਾਬਾ ਜੀ ਨੇ ਉਦਾਹਰਨ ਦੇ ਕੇ ਸਮਝਾਇਆ ਕਿ ਜਿਵੇਂ ਬਾਲਕ ਅੱਗ ਨੂੰ ਦੇਖ ਕੇ ਅੱਗ ਵਿੱਚ ਹੱਥ ਪਾਉਣਾ ਚਾਹੁੰਦਾ ਹੈ, ਪਰ ਉਸ ਦੀ ਇਹ ਮੰਗ ਮਾਤਾ ਕਦੇ ਵੀ ਪੂਰੀ ਨਹੀਂ ਕਰ ਸਕਦੀ। ਉਹ ਬਾਲਕ ਨੂੰ ਰੋਕਣ ਲਈ ਝਿੜਕ ਵੀ ਦਿੰਦੀ ਹੈ। ਬਾਲਕ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਅੱਗ ਮੇਰਾ ਨੁਕਸਾਨ ਕਰੇਗੀ, ਪਰ ਮਾਤਾ ਨੂੰ ਇਹ ਗਿਆਨ ਹੈ। ਇਸੇ ਤਰ੍ਹਾਂ ਹੀ ਸੱਪ ਨੂੰ ਦੇਖ ਕੇ ਬਾਲਕ ਉਸ ਨਾਲ ਖੇਡਣਾ ਚਾਹੁੰਦਾ ਹੈ, ਪਰ ਮਾਤਾ ਉਸ ਨੂੰ ਅਜਿਹਾ ਨਹੀਂ ਕਰਨ ਦਿੰਦੀ, ਕਿਉਂਕਿ ਸੱਪ ਖੇਡਣ ਵਾਲੀ ਵਸਤੂ ਨਹੀਂ ਹੈ। ਸੱਪ ਦਾ ਜ਼ਹਿਰ ਬਾਲਕ ਲਈ ਜਾਨਲੇਵਾ ਸਿੱਧ ਹੋ ਸਕਦਾ ਹੈ। ਬਾਲਕ ਨੂੰ ਇਸ ਗੱਲ ਦਾ ਗਿਆਨ ਨਹੀਂ, ਪਰ ਮਾਂ ਨੂੰ ਇਸ ਗੱਲ ਦਾ ਗਿਆਨ ਭਲੀ ਭਾਂਤ ਹੈ। ਇਸੇ ਤਰ੍ਹਾਂ ਹੀ ਅਸੀਂ ਸੂਖਮ ਦ੍ਰਿਸ਼ਟੀ ਤੋਂ ਹੀਨੇ ਸੋਝੀ ਨਾ ਹੋਣ ਕਰਕੇ ਅਣਜਾਣ ਪੁਣੇ ਵਿੱਚ ਚੰਗਾ ਮਾੜਾ ਜਾਇਜ਼ ਨਜਾਇਜ਼ ਸਭ ਕੁਝ ਉਸ ਪਰਮੇਸ਼ਰ ਪਾਸੋਂ ਮੰਗਦੇ ਹਾਂ। ਅਣਜਾਣਤ ਵਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ। ਸਾਨੂੰ ਸੋਝੀ ਨਹੀਂ ਕਿ ਅਸੀਂ ਕੀ ਮੰਗ ਰਹੇ ਹਾਂ। ਸਾਡੀ ਦ੍ਰਿਸ਼ਟੀ ਇੰਨੀ ਸੂਖਮ ਨਹੀਂ ਕਿ ਅਸੀਂ ਆਪਣੀਆਂ ਮੰਗਾਂ ਨੂੰ ਸਮਝ ਸਕੀਏ, ਪਰ ਵਾਹਿਗੁਰੂ ਪਰਮੇਸ਼ਵਰ ਨੂੰ ਇਸ ਗੱਲ ਦਾ ਭਲੀ ਭਾਂਤ ਗਿਆਨ ਹੈ ਕਿ ਕਿਹੜੀ ਵਸਤੂ ਦੇਣ ਯੋਗ ਹੈ ਤੇ ਕਿਹੜੀ ਨਹੀਂ। ਅੱਗ ਵਿੱਚ ਹੱਥ ਪਾਉਣ ਵਾਲੀ, ਸੱਪ ਨਾਲ ਖੇਡਣ ਵਾਲੀ ਮੰਗ ਭਲਾ ਮਾਂ ਕਿਵੇਂ ਪੂਰੀ ਕਰ ਦੇਵੇ। ਐਸੀ ਮੰਗ ਉਜਾੜਨ ਲੱਗਿਆ ਘੜੀ ਨਹੀਂ ਲਾਉਂਦੀ। ਬਚਨ ਪੀਐ ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨਾ ਲਾਗੈ। ਇਸੇ ਤਰ੍ਹਾਂ ਹੀ ਪਿਤਾ ਪਰਮੇਸ਼ਵਰ ਵੀ ਸਾਡੀਆਂ ਐਸੀਆਂ ਮੰਗਾਂ ਕਿਵੇਂ ਪੂਰੀਆਂ ਕਰ ਦੇਵੇ ਜੋ ਸਾਡੀ ਆਤਮਿਕ ਮੌਤ ਦਾ ਕਾਰਨ ਬਣ ਜਾਣ। ਉਹ ਜਾਇਜ਼ ਮੰਗਾਂ ਤਾਂ ਪੂਰੀਆਂ ਕਰਦਾ, ਪਰ ਨਜਾਇਜ਼ ਨਹੀਂ। ਬਾਬਾ ਜੀ ਇਹ ਵੀ ਬਚਨ ਕਰਦੇ ਸਨ ਕਿ ਅਸੀਂ ਪਰਮਾਤਮਾ ਕੋਲੋਂ ਮੰਗਦੇ ਵੀ ਉਹ ਕੁਛ ਹੀ ਹਾਂ ਜੋ ਸਾਨੂੰ ਪਹਿਲੇ ਹੀ ਮਿਲਿਆ ਹੋਇਆ ਹੈ। ਮੰਗਤਾ ਵੀ ਇਹ ਆਉਣਾ ਹੀ ਹੈ। ਧਨ ਪਦਾਰਥ ਸਭ ਕੁਝ ਲੋੜ ਅਨੁਸਾਰ ਮਿਲਿਆ ਹੈ ਤੇ ਇਹ ਫਿਰ ਇਹੀ ਕੁਛ ਮੰਗੀ ਜਾ ਰਿਹਾ। ਅਣਜਾਣਤ ਕਿਛ ਇਨੈ ਕਮਾਨੋ, ਜਪ ਤਪ ਕਛੂ ਨਾ ਸਾਧਾ। ਦਇਆ ਦਿਸ ਲੈ ਇਹੋ ਮਨ ਦੁਹਰਾਇਓ, ਕਵਨ ਕਰਮ ਕਰ ਬਾਧਾ। ਜੋ ਨਹੀਂ ਮਿਲਿਆ ਉਹ ਮੰਗਣ ਵਾਲੀ ਵਸਤੂ ਤੇ ਕਦੇ ਮੰਗਦਾ ਹੀ ਨਹੀਂ। ਮੰਗਣਾ ਹੈ ਤੇ ਨਾਮਦਾਨ ਮੰਗ, ਸਿਮਰਨ ਦੀ ਦਾਤ ਮੰਗ, ਸੱਚੇ ਸੌਦੇ ਦੀ ਸੇਵਾ ਮੰਗ, ਪਰ ਇਹ ਮੁੜ ਮੁੜ ਉਹੀ ਕੁਝ ਮੰਗੀ ਜਾਂਦਾ ਹੈ ਤੇ ਭੌਂਕੇ ਇਹ ਸਭ ਛੱਡ ਵੀ ਇੱਥੇ ਹੀ ਜਾਣਾ ਹੈ। ਬਾਬਾ ਜੀ ਇਹ ਸ਼ਬਦ ਬਹੁਤ ਵੇਰਾਂ ਪੜ੍ਹਦੇ ਹੁੰਦੇ ਸਨ। ਮੰਮਾ ਮੰਗਣ ਹਾਰ ਇਹ ਆਣਾ, ਦੇਨ ਹਾਰ ਦੇ ਰਹਿਓ ਸੁਜਾਨਾ। ਜੋ ਦੀਨੋ ਸੋ ਏਕੈ ਬਾਰ, ਮਨ ਮੂਰਖ ਕਹਿ ਕਰੈ ਪੁਕਾਰ। ਜੋ ਮੰਗੈ ਤੋ ਮੰਗੈ ਬੀਆ, ਜਾਤੇ ਕੁਸਲ ਨ ਕਾਹੂ ਥੀਆ। ਮੰਗਣ ਮੰਗਤਾ ਏਕੈ ਮੰਗ, ਨਾਨਕ ਜਾਤੇ ਪਰਹਿ ਪਰਾਗ। ਬਾਬਾ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਇਸ ਸਥਾਨ 'ਤੇ ਕੀਤੀ। ਬਾਬਾ ਜੀ ਫਿਰ ਹਰ ਰੋਜ਼ ਅੰਮ੍ਰਿਤ ਵੇਲੇ ਤਕਰੀਬਨ 4 ਵਜੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰਦੇ ਸਨ। ਬਾਬਾ ਜੀ ਇਹ ਵੀ ਬਚਨ ਕਰਦੇ ਹੁੰਦੇ ਸਨ ਕਿ ਅਸੀਂ ਇਸ ਗੁਰਦੁਆਰਾ ਸਾਹਿਬ ਦਾ ਨਕਸ਼ਾ ਨੇਪਾਲ ਵਿਖੇ ਬਾਬਾ ਭਗਵਾਨ ਦਾਸ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਆਏ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।